ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਂ को हर रंग लागो इस युग में सो कहियत है सूरा। आत्म जिणे सगल वसता के जांका सतगुर पूरा। ठाकुर गाइए आत्म रंग शरणी पावन नाम त्यावन सह समावन संग। जन के चरण वसे मेरे ही अरै संग पुनीता देही। जान के दो देहो कृपा निध नानक कै सुख एहि। जन की तूड़ देहो कृपा निध नानक कै सुख एहि। सारे गौरी जपो धन गुरु गोबिंद सिंह साहिब। 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 गुरु ਨੂੰ ਧਨ ਕਹਿਣਾ ਇਹ ਮਤ ਸੋਚੀਏ ਕਿ ਸਾਡੇ ਧਨ ਕਹਿਣ ਨਾਲ ਗੁਰੂ ਨੇ ਵੱਡਾ ਹੋਣਾ ਹੈ। ਵੱਡਾ ਨਾ ਹੋਵੇ ਘਾਟ ਨਾ ਜਾਏ। ਹਾਂ, ਧਨ ਕਹਿਣ ਦੇ ਨਾਲ ਸਾਡੇ ਕੀਤੇ ਹੋਏ ਮਾੜੇ ਕਰਮ ਜ਼ਰੂਰ ਬਦਲ ਸਕਦੇ। ਤਾਰਿਆ ਜਹਾਂ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧ ਨੂੰ ਧਨ ਕਿਹਾ ਤਿਨ ਜਮ ਮੇੜ ਨਾ ਆਇਆ। ਬੜੇ ਪਿਆਰ ਦੇ ਨਾਲ ਬੜਾ ਹੀ ਪਿਆਰਾ ਬੱਚਾ ਪ੍ਰਭਦੀਪ ਸਿੰਘ ਗੁਰਬਾਣੀ ਰਾਹੀਂ ਉਹ ਚਾਰ ਲਾਵਾਂ ਕਿਸ ਤਰ੍ਹਾਂ ਉਸ ਮੌਤ ਦੇ ਨਾਲ ਸੰਬੰਧਿਤ ਔਰ ਕਿਸ ਤਰ੍ਹਾਂ ਚਾਰੋਂ ਸਾਹਿਬਜ਼ਾਦਿਆਂ ਦਾ ਉਸ ਲਾਵਾਂ ਦੇ ਨਾਲ ਗਾ ਕੇ ਇਹ ਸ਼ਹੀਦੀ ਦਾ ਦਿਹਾੜਿਆਂ ਦੇ ਚੱਲ ਰਹੇ ਇਹਨਾਂ ਨੂੰ ਤਾਜ਼ਾ ਕੀਤਾ ਗਿਆ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਤਿਹਾਸ ਉਹੀ ਰਹਿਣਾ ਹੈ। ਜਿਨ੍ਹਾਂ ਕੌਮਾਂ ਦੇ ਇਤਿਹਾਸ ਮੁੱਕ ਜਾਂਦੇ ਨੇ ਉਹ ਕੌਮ ਹੀ ਮੁੱਕ ਜਾਂਦੀ ਹੈ। ਇਤਿਹਾਸ ਸਾਡੀ ਮਾਂ ਹੈ।
ਔਰ ਉਹਨਾਂ ਕੌਮਾਂ ਨੂੰ ਸਲਾਮ ਹੁੰਦੀ ਹੈ ਜਿਨ੍ਹਾਂ ਕੌਮਾਂ ਦੇ ਵਿੱਚ ਸ਼ਹੀਦੀਆਂ ਹੁੰਦੀਆਂ। ਸ਼ਹੀਦ ਅੱਖਰ ਵੈਸੇ ਤੇ ਅਰਬੀ ਦਾ ਅੱਖਰ ਹੈ, ਜਿਹਦਾ ਭਾਵ ਇਹ ਹੁੰਦਾ ਹੈ ਗਵਾਹੀ, ਵਿਟਨੈਸ। ਤੇ ਉਹ ਹੋਰ ਸੌਖਾ ਅਰਥ ਵੀ ਕਰਦੇ ਨੇ ਸਤ ਪ੍ਰਤੀ ਆਪਣਾ ਆਪ ਵਾਰ ਦੇਣਾ, ਸਤ ਦੇ ਪ੍ਰਤੀ। ਹਾਲਾਂਕਿ ਇਹ ਇਸਲਾਮ ਤੋਂ ਆਇਆ ਹੈ, ਪਰ ਵਿਆਖਿਆ ਖਾਲਸਾ ਪੰਥ ਨੇ ਕੀਤੀ ਹੈ ਇਸ ਦੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਨੂੰ ਜ਼ਬਰਦਸਤੀ ਮਾਰਿਆ ਜਾਵੇ ਉਹਨੂੰ ਸ਼ਹੀਦ ਨਹੀਂ ਕਿਹਾ ਜਾਂਦਾ। ਜਿਹੜਾ ਆਪ ਚੱਲ ਕੇ ਸ਼ਹਾਦਤ ਦਾ ਜਾਮ ਪੀਣਾ ਚਾਹੇ ਉਹਨੂੰ ਸ਼ਹਾਦਤ ਕਹਿੰਦੇ ਨੇ। ਮੈਂ ਕੱਲ ਵੀ ਇੱਕ ਦੋ ਜਗ੍ਹਾ ਤੇ ਜ਼ਿਕਰ ਕੀਤਾ ਹੈ, ਹਰ ਕੋਈ ਆਪਣੇ ਪਿਓ ਦੀ ਇੱਜ਼ਤ ਕਰਦਾ ਹੈ, ਤੁਸੀਂ ਵੀ ਕਰਦੇ ਹੋ, ਕਰਨੀ ਵੀ ਚਾਹੀਦੀ ਹੈ। ਪਰ ਜੇ ਕੋਈ ਪੜੋਸੀ ਆ ਕੇ ਇੱਜ਼ਤ ਕਰਦਾ ਹੈ, ਮਨ ਬੜਾ ਖੁਸ਼ ਹੁੰਦਾ ਹੈ। ਆਪੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਸਕੂਲ ਵਿੱਚ ਬੱਚਾ ਪੜ੍ਹਦਾ ਹੋਵੇ, ਸਕੂਲ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਬੱਚਾ ਪੜ੍ਹਦਾ ਹੋਵੇ, ਨੰਬਰ ਚੰਗੇ ਲੈ ਕੇ ਆਵੇ, ਮਾਤਾ ਪਿਤਾ ਬੜੇ ਖੁਸ਼ ਹੁੰਦੇ ਨੇ। ਪਰ ਜਦੋਂ ਸਕੂਲ ਵਾਲੇ ਕਹਿੰਦੇ ਹਨ, ਉਹ ਸਟਾਫ ਕਹਿੰਦਾ ਹੈ ਕਿ ਇਹ ਬੱਚਾ ਵਾਕਈ ਕਾਬਿਲੇ ਤਾਰੀਫ ਹੈ, ਜਾਂ ਉਹ ਸਟੇਟ ਕਹਿੰਦੀ ਹੈ, ਜਾਂ ਪੂਰਾ ਦੇਸ਼ ਕਹਿੰਦਾ ਹੈ, ਉਸ ਵੇਲੇ ਮਨ ਜ਼ਿਆਦਾ ਖੁਸ਼ ਹੁੰਦਾ ਹੈ। ਦੇਖੋ, ਆਪਣੇ ਬੱਚੇ ਦੀ ਹਰ ਕੋਈ ਤਾਰੀਫ ਕਰਦਾ ਹੈ, ਪਰ ਜਦੋਂ ਕੋਈ ਬਾਹਰਲਾ ਕਰੇ, ਸਨਾਤਨੀ ਧਰਮ ਦਾ ਕੱਟਰ ਆਰਿਆ ਦੌਲਤ ਰਾਏ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੀ ਇਤਨਾ ਪਿਆਰ ਦਿਖਾ ਰਿਹਾ ਹੈ, ਕਿਉਂਕਿ ਜਿਹੜਾ ਗੁਰੂ ਦੇ ਬਾਰੇ ਗੱਲ ਸੁਣਦਾ ਹੈ, ਵਿਚਾਰਦਾ ਹੈ, ਉਸ ਨੂੰ ਸਮਝ ਆ ਜਾਂਦੀ ਹੈ। ਉਸ ਵੇਲੇ ਕੋਈ ਦੂਜੇ ਧਰਮ ਦਾ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਰੀਫ ਕਰੇ ਤੇ ਉਸ ਵੇਲੇ ਮਾਣ ਹੁੰਦਾ ਹੈ। ਵੈਸੇ ਪਰਮਾਤਮਾ ਦੀਆਂ ਅਸੀਂ ਪਰਉਪਕਾਰ ਲਾ ਨਹੀਂ ਸਕਦੇ। ਇੱਕ ਤੇ ਮਨੁੱਖਾ ਦੇਈ, ਉਸ ਤੇ ਗੁਰੂ ਨਾਨਕ ਦੇ ਘਰ ਸਾਡਾ ਜਨਮ, ਇਹ ਬੜੀ ਵੱਡੀ ਦਾਤ ਹੈ। ਗੁਰੂ ਨਾਨਕ ਦੇ ਘਰ ਜਨਮ ਲੈ ਕੇ ਗੁਰੂ ਨਾਨਕ ਦਾ ਸਿੱਖ ਬਣ ਜਾਣਾ। ਦੇਖੋ, ਮੈਂ ਇੱਥੇ ਇਹ ਵੀ ਕਹਾਂਗਾ, ਡਾਕਟਰ ਦੇ ਘਰ ਬੱਚਾ ਜੰਮੇ ਤੇ ਡਾਕਟਰ ਨਹੀਂ ਖਿਲਾਉਂਦਾ ਜਦ ਤੱਕ ਡਾਕਟਰੀ ਨਾ ਕਰੇ। ਇੰਜੀਨੀਅਰ ਦੇ ਘਰ ਇੰਜੀਨੀਅਰ ਨਹੀਂ ਖਿਲਾਏਗਾ। ਕਿਸੇ ਬ੍ਰਾਹਮਣ ਦੇ ਘਰ ਪੁੱਤਰ ਪੈਦਾ ਹੋਏ, ਬ੍ਰਾਹਮਣ ਨਹੀਂ ਖਿਲਾਏਗਾ ਜਦ ਤੱਕ ਉਹ ਬ੍ਰਾਹਮਣ ਵਾਲੀ ਗਿਆਨ ਆਪਣੇ ਹਿਰਦੇ ਵਿੱਚ ਨਹੀਂ ਲਿਆਏਗਾ, ਕਰਮ ਉਹ ਜੇ ਨਹੀਂ ਕਰੇਗਾ।
ਗੁਰੂ ਨਾਨਕ ਦੇ ਘਰ ਸਿੱਖ ਜਨਮ ਲੈਂਦਾ ਹੈ ਤਦ ਤੱਕ ਉਹ ਸਿੱਖ ਨਹੀਂ ਕਹਿਲਾਉਂਦਾ ਜਦ ਤੱਕ ਗੁਰੂ ਨਾਨਕ ਦੀ ਦੱਸੀ ਪੜ੍ਹਾਈ ਨੂੰ ਪੜ੍ਹਦਾ ਨਹੀਂ। ਮੈਂ ਕੱਲ ਵੀ ਇੱਕ ਜਗ੍ਹਾ ਤੇ ਜ਼ਿਕਰ ਕੀਤਾ, ਦੇਖੋ ਮਾਣ ਕਿਵੇਂ ਮਿਲਦਾ ਹੈ। ਰਹਿਤਨਾਮਾ ਪੜੋ ਭਾਈ ਨੰਦ ਲਾਲ ਜੀ ਦਾ, ਕਹਿੰਦੇ ਨੇ ਸ੍ਰੀ ਗੁਰੂ ਬਚਨ ਹੈ, कोई सिख का बेटा मोना हो जाए उसकी जड़ सुखी, कोई मोना सिख हो जाए उसकी जड़ हरी। सिख घराने विच जन्म लैके जे केसां दी बेदबी कर रहे हाँ, इस तो वड्डा पाप नहीं, इस तो वड्डा पाप नहीं। जिन्नी केसां दी संभाल, केसां दा सत्कार धन गुरु गोबिंद सिंह महाराज ने किया है। कई बारी सोचीदा है महाराज गड़ी विचों निकल रहे ने ते जोड़ा नहीं सी पैरां च, इसे करके नहीं सी कि जेड़े मेरे सिख शहीद होए पे ने उन्हां दे केस खिलरे पे ने, ते किथे मेरा गलती नाल भी चरण ने गुरु साहब दे किथे केसां ते ना पै जाए। और असी आप नाइयां दी दुकान ते जाके, मेरियां भैणां ब्यूटी पार्लर ते जाके आप केसां दी बेदबी करते हैं। नगन होए बाहर फिरे, नगन सीस जो खाए, नगन प्रसाद जो बांटई, तनख्वाहदार वह वड्डा खाए। कई बार रोडां ते केस धोके पे फिरदे हुंदे ने। गुरमुखो केसां दी जिन्नी संभाल करो उन्नी गुरु दी खुशी मिलेगी। केस गुरु दी मोहर ने। पहाड़ी राजिया ने कहा सी ये तुसी की रूप दे दिता है। गुरु गोबिंद सिंह महाराज मारे कहते हैं की रूप दिता है, ये साबत सूरत जिन्हों तुसी कह रहे हो की रूप है। मारे कहते मैं तो कोई रूप बिगाड़िया ही नहीं, रूप ते तुसा ने बिगाड़िया है। किसी चित्रकार दी पेंटिंग बनावे, बड़ी सुंदर पेंटिंग बनावे, और मेरे वर्गा मूर्ख आके हाथ विच ब्रश लैके ओदी पेंटिंग नूं छेड़ा खानी कर दे, जिसने बड़ी ही वजत दे नाल, बड़े प्यार दे नाल और बड़ी सोच समझ के चित्र बनाया होवे, वो कोई मूर्ख आके उस चित्र दे उत्ते टेढ़े मेढ़े कलर कर देवे, उस चित्रकार नूं कितना दुख होएगा। परमात्मा ने गुरु साहब कहंदे ने एक चित्र बना के सानू दिता है। जे कट्टन दी गल हुंदी उन्होंने पता सी किथे केस रखने ने ते किथे नहीं रखने। हत्थां दी थैलियां ते कदी वेखे ने किसे दे हाथ विच केस होण। केस गुरु दी मोहर हन।
ਅਸੀਂ ਸੰਭਾਲਣ ਦਾ ਯਤਨ ਕਰੀਏ। ਕਿਥੇ ਇਹਦੀ ਨੁਮਾਇਸ਼ ਨਾ ਕਰੀਏ। ਸਿਰ ਨਹਾ ਕੇ ਕੋਸ਼ਿਸ਼ ਕਰੋ ਕਮਰੇ ਅੰਦਰ ਹੀ ਕੇਸ ਨੂੰ ਹਰੇ ਕੀਤਾ ਜਾਵੇ। ਬੜੀਆਂ ਉਦਾਹਰਨਾਂ ਨੇ। ਕਈਆਂ ਦੇ ਵਾਲ ਚਿੱਟੇ ਆ ਜਾਂਦੇ ਨੇ, ਇੱਕਦਮ ਜਾ ਕੇ ਕਲਰ ਕਰ ਲੈਂਦੇ ਨੇ। ਮੈਂ ਤਾਂ ਲੈ ਰਿਹਾ, ਥੋੜੀ ਗੱਲ ਹੀ ਕੇਸ ਦੀ ਚੱਲੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਇੱਕ ਪਿਆਰ ਵਾਲਾ ਸਿੱਖ ਬੱਚਾ ਆਂਦਾ ਸੀ, ਬੜਾ ਖੂਬਸੂਰਤ ਸੀ, ਜਵਾਨ ਸੀ, ਪਰਸਨੈਲਿਟੀ ਸੀ। ਮਹਾਰਾਜ ਕਹਿੰਦੇ ਸੀ ਤੂੰ ਮੇਰੇ ਕੋਲ ਆ ਕੇ ਬੈਠਿਆ ਕਰ। ਤੇ ਮਹਾਰਾਜ ਜਦ ਦੀਵਾਨ ਵਿੱਚ ਬੈਠਦੇ ਤੇ ਉਸ ਸਿੱਖ ਦੀ ਬੜੀ ਤਾਰੀਫ ਕਰਦੇ। ਹੁੰਦੀ ਹੈ, ਕੋਈ ਸ਼ਬਦ ਪੜ੍ਹਦਾ ਹੈ, ਕੋਈ ਕੀਰਤਨ ਕਰਦਾ ਹੈ, ਕੋਈ ਵਿਚਾਰ ਕਰਦਾ ਹੈ, ਕੋਈ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਟੁੱਟਦਾ ਵੀ ਹੈ। ਤੇ ਉਹ ਰੋਜ਼ ਵੇਖੇ ਕਿ ਮੇਰੀ ਤਾਰੀਫ ਹੁੰਦੀ ਹੈ, ਸੰਗਤ ਹੋਰ ਵੀ ਬੈਠੀ ਹੈ। ਇਹ ਉਹਨਾਂ ਵਾਸਤੇ ਗੱਲ ਹੋ ਰਹੀ ਹੈ ਜਿਹੜੀ ਛੇੜਾਖਾਨੀ ਕਰਦੇ ਨੇ। ਘਰ ਗਿਆ, ਸ਼ੀਸ਼ੇ ਦੇ ਮੂਹਰੇ ਖੜਾ ਹੋ ਕੇ ਕਹਿੰਦਾ ਵਾਕਈ ਮੇਰਾ ਚਿਹਰਾ ਇੰਨਾ ਖੂਬਸੂਰਤ ਹੈ। ਦਰਅਸਲ ਗੁਰੂ ਗੁਨਾਹ ਕਰਕੇ ਖੁਸ਼ ਹੁੰਦਾ ਹੈ। ਵੇਖਿਆ ਕਿ ਇੱਕ ਚਿੱਟਾ ਵਾਲ ਪੱਟ ਛੜਿਆ, ਮੈਂ ਹੋਰ ਖੂਬਸੂਰਤ ਲੱਗਾ। ਇਹੀ ਕਾਰਨ ਹੈ ਨਾ, ਲੇਡੀਜ਼ ਕਿਉਂ ਸਜਦੀਆਂ ਬਜਦੀਆਂ। ਮੈਂ ਇੱਕ ਲੇਡੀਜ਼ ਨੂੰ ਪੁੱਛਿਆ, ਮੈਂ ਕਿਹਾ ਇੰਨਾ ਸੱਜ ਕਿਹਦੇ ਵਾਸਤੇ? ਇਹ ਸਭ ਲੋਕ ਵਿਖਾਵਾ ਹੈ। ਸਜੋ ਪਰ ਇਸ ਹਿਸਾਬ ਨਾਲ ਨਾ ਸਜੋ ਕਿ ਸਾਹਮਣੇ ਵਾਲੇ ਦੇ ਮਨ ਵਿੱਚ ਗੁਪਤ ਰੂਪ ਵਿੱਚ ਵਿਕਾਰ ਚੱਲਣ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਗਲੇ ਦਿਨ ਦੀਵਾਨ ਵਿੱਚ ਆਇਆ, ਮਹਾਰਾਜ ਦੇ ਸਾਹਮਣੇ ਮਨ ਸਨਮੁਖ ਬੈਠ ਗਿਆ। ਦੀਵਾਨ ਸਮਾਪਤੀ ਹੋਈ, ਮਹਾਰਾਜ ਨੇ ਪਿੱਟ ਕਰ ਲਈ। ਉਹ ਹੁਣ ਅੱਗੇ ਪਿੱਛੇ ਹੋ ਰਿਹਾ। ਮਹਾਰਾਜ ਨੂੰ ਕਹਿੰਦਾ ਮਹਾਰਾਜ ਕੀ ਗੱਲ ਹੈ? ਮੈਂ ਉਹੀ ਨਾਮ ਉਹੀ ਬੰਦਾ ਵਾਂ, ਬਹੁਤ ਕਿਹਾ। ਉਸ ਵੇਲੇ ਮਹਾਰਾਜ ਨੇ ਇੱਕ ਬਚਨ ਕੀਤਾ। ਸੰਗਤ ਵੀ ਬੈਠੀ ਸੀ। ਕਹਿੰਦੇ ਜਦ ਸਾਡੇ ਮੁਖੜੇ ਤੇ ਇੱਕ ਵਾਲ ਚਿੱਟਾ ਆਇਆ ਸੀ ਨਾ, ਧਿਆਨ ਦੇਣਾ, ਅਸੀਂ ਮਾਤਾ ਜੀ ਨੂੰ ਕਿਹਾ ਸੀ ਦੇਗ ਬਣਾਓ, ਆਓ ਗੁਰੂ ਦਾ ਸ਼ੁਕਰਾਨਾ ਕਰੀਏ। ਇੱਕ ਪੜਾਅ ਅਸੀਂ ਅੱਗੇ ਵਧੇ ਹਾਂ ਦੁਨੀਆ ਦੇ ਵਿੱਚ। ਇਹ ਸਰੀਰਿਕ ਰੂਪ ਤੇ ਆਰ ਬਲਾ ਤੇ ਸਿੱਖਾ ਤੂੰ ਰੱਬ ਦੀ ਪੇਂਟਿੰਗ ਨੂੰ ਛੇੜਾਖਾਨੀ ਕੀਤੀ ਹੈ, ਰੱਬ ਨੂੰ ਕਿਤਨਾ ਦੁੱਖ ਹੋਏਗਾ। ਦੇਖੋ ਮੂੰਹ ਤੇ ਅਸੀਂ ਜ਼ਰੂਰ ਭਾਵੇਂ ਦਾੜੀ ਕਾਲੀ ਕਰ ਲਈਏ, ਜਦੋਂ ਝੂਰੀਆਂ ਪੈਣੀਆਂ ਨੇ ਉਹ ਫਿਰ ਕਿਵੇਂ ਕਾਲਾ ਕਰੋਗੇ? ਜੇ ਜਰਵਾਨਾ ਪਰ ਹਰੇ ਜਰਵੇਸ ਕਰੇਂਦੀ ਆਈ ਹੈ, ਜਰਵੇਸ ਕਰੇਂਦੀ ਆਈ ਹੈ। ਮਾਰਗਨ ਜਰ ਆਈ ਜੋ ਬਣਾ ਰਿਹਾ, ਫਰੀਦਾ ਸਿਰ ਪੱਲਿਆ, ਦਾੜੀ ਭੱਲੀ, ਭੱਲੀ ਹੁੰਦੀ ਚਿੱਟੀ ਹੋ ਜਾਣਾ, ਸਿਰ ਤੇਰਾ ਚਿੱਟਾ ਹੋ ਗਿਆ, ਦਾੜੀ ਭੱਲੀ, ਮੁੱਛਾਂ ਵੀ ਭੱਲੀਆਂ। ਰੇ ਮਨ ਗਿਆ ਲੈ ਬਾਬਰੇ ਮਾਣੇ ਕਿਆ ਰਲੀਆਂ। ਹੁਣ ਵੀ ਰਲੀਆਂ ਮੰਨ ਰਹੇ, ਤੈਨੂੰ ਪਤਾ ਨਹੀਂ। ਦੇਖ ਫਰੀਦਾ ਜੂਥੀਆ, ਦਾੜੀ ਹੋਈ ਪੂਰ, ਅੱਗੋਂ ਨੇਰਾ ਆਇਆ ਪਿੱਛੋਂ ਰਿਹਾ ਦੂਰ। ਇਹ ਤੇ ਤੇਰੇ ਨੇੜਾ ਅੱਗਾ ਆ ਗਿਆ ਤੇਰਾ, ਹੁਣ ਬਿਲਕੁਲ ਤੂੰ ਮੌਤ ਦੇ ਕਰੀਬ ਹੈ ਤੇ ਹੱਲੇ ਵੀ ਤੂੰ ਰੰਡੀਆਂ ਮਾਰ ਰਿਹਾ। ਗੁਰਬਾਣੀ ਹਰ ਪੰਕਤੀ ਸੁਚੇਤ ਕਰਦੀ ਹੈ, ਪਰ ਅਸੀਂ ਕਹਿੰਦੇ ਨਹੀਂ, ਦੁਨੀਆ ਦੇ ਵਿੱਚ ਅੱਛੇ ਚੰਗੇ ਦਿਖਣੇ ਚਾਹੀਦੇ। ਪਰਮਾਤਮਾ ਦੇ ਘਰ ਭਾਵੇਂ ਸਾਡੀ ਕੁਝ ਹੋਵੇ ਨਾ ਹੋਵੇ, ਇਹ ਤੇ ਉਦੋਂ ਹੀ ਪਤਾ ਲੱਗਦਾ ਹੈ
ਜਦੋਂ ਜੰਮ ਲੈਣ ਆਉਂਦੇ ਨੇ। ਤੋ ਇਹ ਜਾਚ ਸਾਨੂੰ ਗੁਰੂ ਨੇ ਸਿਖਾਈ ਹੈ ਭਾਈ, ਤਾਂ ਹੀ ਨਹੀਂ ਆਪਣਾ ਰੂਪ ਦੇ ਦਿੱਤਾ। ਖਾਲਸਾ ਮੇਰੋ रूप है ਖਾਸ ਖਾਸ, ਖਾਲਸੇ में हो करो निवास। ਮੈਂ ਉਹਦੇ ਵਿੱਚ ਹੀ ਨਿਵਾਸ ਕਰਦਾ। ਸਿੱਖਾਂ ਨੇ ਕਿਹਾ ਸੀ ਮਹਾਰਾਜ ਤੁਸੀਂ ਤੇ ਜਾ ਰਹੇ ਹੋ, ਤੁਹਾਡੇ ਪ੍ਰਤੱਖ ਦਰਸ਼ਨ ਕਰਨੇ ਹੋਣ ਕਿਵੇਂ ਕਰਾਂਗੇ? ਮਹਾਰਾਜ ਕਹਿੰਦੇ ਨੇ ਤੁਹਾਨੂੰ ਮੈਂ ਰੂਪ ਹੀ ਆਪਣਾ ਦੇ ਕੇ ਜਾ ਰਹੇ ਹਾਂ। ਮਹਾਰਾਜ ਸਮਝੇ ਨਹੀਂ। ਬਚਿਆ ਉੱਠ ਕੇ ਕੇਸੀ ਇਸ਼ਨਾਨ ਕਰ ਅੰਮ੍ਰਿਤ ਵੇਲੇ, ਆਸਨ ਵਿਛਾ ਕੇ ਬਾਣੀ ਪੜ ਨੇਮ ਕਰ, ਦਸਤਾਰ ਸਜਾ, ਸ਼ੀਸ਼ੇ ਮੂਹਰੇ ਖੜਾ ਹੋਏਗਾ, ਉਹਦੇ ਵਿੱਚੋਂ ਤੈਨੂੰ ਮੇਰਾ ਰੂਪ ਨਜ਼ਰ ਆਏਗਾ। ਇਹ ਪੂਰਨੇ ਨੇ, ਕਈ ਅੱਜ ਵੀ ਦਰਸ਼ਨ ਕਰ ਲੈਂਦੇ ਨੇ। ਪਰਮਾਤਮਾ ਦੀ ਪੇਂਟਿੰਗ ਦੇ ਅੰਦਰ ਕਦੀ ਛੇੜਾਖਾਨੀ ਨਾ ਕਰੀਏ। ਥੋੜਾ ਜੀਵਨ ਹੈ, ਇਹਨੂੰ ਸਵਾਰ ਕੇ ਜਾਈਏ। ਇਹਦਾ ਮਤਲਬ ਹੈ ਰੱਬ ਤੁਹਾਡੀ ਜਵਾਨੀ, ਤੁਹਾਡਾ ਬਚਪਨਾ ਸਭ ਸਾਨੂੰ ਪ੍ਰਵਾਨ ਹੈ, ਬੁਢਾਪਾ ਨਹੀਂ ਪ੍ਰਵਾਨ। ਤੂੰ ਲਿਆ ਚਿੱਟੇ, ਅਸੀਂ ਕਾਲੇ ਕਰਨ ਵਿੱਚ ਮਿੰਟ ਨਹੀਂ ਲਾਵਾਂਗੇ। ਵਾਹਿਗੁਰੂ ਸਮਝਦਾ ਹੀ ਹੈ। ਐਸੇ ਦੀਨ ਦਿਆਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੇ ਇਸ ਛੋਟੇ ਮੁਖ ਤੋਂ ਮੈਂ ਕੀ ਵਡਿਆਈ ਕਰਾਂ। ਮੇਰੇ ਸਾਹਮਣੇ ਬਹੁਤ ਸਾਰੇ ਇਤਿਹਾਸ ਦੀਆਂ ਵਿਚਾਰਾਂ ਆ ਰਹੀਆਂ ਨੇ। ਮੇਰਾ ਚਿੱਤ ਕਰ ਰਿਹਾ ਕਿ ਮੈਂ 10-15 ਮਿੰਟ ਮੈਂ ਆਪ ਜੀ ਦੇ ਲੈਣੇ ਨੇ। ਮੈਂ ਰਾਤੀ ਵੀ ਉੱਥੇ ਸਾਕਾ ਜਿਹੜਾ ਮਾਛੀਵਾੜੇ ਦਾ ਸੀ, ਮੈਂ ਉਹ ਸਾਂਝ ਕੀਤਾ ਸੀ। ਮਨੂੰ ਮਹਾਰਾਜ ਕਹਿੰਦੇ ਨੇ 10-15 ਮਿੰਟ ਤੁਸੀਂ ਹਾਜ਼ਰੀ ਲਾ ਲਓ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰਿਆਂ ਨੇ ਨਹੀਂ ਕਿਹਾ, ਵਾਹਿਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਰਤ ਲੈ ਜਾਓ ਮਾਛੀਵਾੜੇ ਵਿੱਚ, ਉਸ ਖੇਤ ਜਿਹੜਾ ਗੁਲਾਬੋ ਪੰਜਾਬਾ ਦੇ ਤੇ ਪੰਜਾਬਾ ਦਾ ਦੋਨੋਂ ਭਰਾ ਜਿਹੜੇ ਚੌਧਰੀ ਸਨ। ਬੜੇ ਧਿਆਨ ਨਾਲ ਤੁਹਾਡੀ ਇਕਾਗਰਤਾ ਹੋਏਗੀ, ਤੁਹਾਨੂੰ ਆਨੰਦ ਆਏਗਾ। ਇਹ ਭਿੱਜਣਾ ਹੈ, ਸਿਰਫ ਰੰਗ ਵਿੱਚ ਆ ਜਾਣਾ ਹੈ। ਇਹ ਛੋਟੇ ਹੁੰਦੇ ਸਨ ਨਾ, ਤੇ ਮਹਾਂਪੁਰਖਾਂ ਦੇ ਕਈ ਵਾਰੀ ਕੀਰਤਨ ਸੁਣਨੇ, ਕਹਿਣਾ ਭਿੱਜ ਜਾਓ, ਨਹੀਂ ਸਮਝ ਆਉਂਦੀ ਸੀ। ਮੈਂ ਸਮਝਦਾ ਕੋਈ ਬਾਰਿਸ਼ ਹੋਏਗੀ ਤਾਂ ਹੀ ਭਿੱਜਣਾ ਹੁੰਦਾ ਹੈ। ਦਰਅਸਲ ਉਹ ਨਾਮ ਦੇ ਨਾਲ ਭਿੱਜਣ ਦੀ ਗੱਲ ਕਰਦੇ ਸੀ। ਮੂਵੀ ਦੇਖਦੇ ਹੋ ਨਾ ਤੁਸੀਂ, ਸੀਰੀਅਲ, ਭਿੱਜ ਜਾਂਦੇ ਉਹਨਾਂ ਦੇ ਵਿੱਚ। ਕੋਈ ਬੱਚਾ ਵੀ ਨਹੀਂ ਬੋਲਣ ਦਿੰਦੇ ਕਿਸੇ ਨੂੰ। ਤੁਹਾਡੀ ਇਕਾਗਰਤਾ ਮਿਲ ਜਾਂਦੀ ਹੈ ਨਾ। ਅੱਜ ਆਪਣੀ ਇਕਾਗਰਤਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਆਓ, ਬੜਾ ਆਨੰਦ ਆਏਗਾ। ਜੇ ਅੱਲਾ ਯਾਰ ਖਾਨ ਜੋਗੀ ਉਸ ਧਰਤੀ ਤੇ ਜਾ ਕੇ ਲਿਖ ਸਕਦਾ ਹੈ, ਆਪਣੀ ਸੁਰਤ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਿਆ ਕੇ, ਸਾਰਾ ਪਿਛੋਕੜ ਮਹਾਰਾਜ ਦਾ ਉਹਨੇ ਕਲਮ ਬੰਦ ਕਰਕੇ ਜੋ 2 ਕਿਤਾਬਾਂ ਲਿਖ ਕੇ ਉਹ ਪੰਥ ਨੂੰ ਦੇਣ ਦਿੱਤੀ ਹੈ, ਉਹ ਕੀ ਇਹ ਸੁਰਤ ਦੇ ਨਾਲ ਦਰਸ਼ਨ ਕੀਤੇ ਨੇ ਉਸਨੇ। ਕਈ ਇਹਦੇ ਵਿੱਚ ਵੀ ਕਿੰਤੂ ਪਰੰਤੂ ਕਰਦੇ ਨੇ। ਇਹ ਗੱਲ 1900 ਕੁਛ ਦੀ, ਸਾਕਾ ਵਰਤੇ 1700 ਵਿੱਚ ਜਾ ਕੇ। ਅੱਜ ਵੀ ਭਾਵਨਾ ਨਾਲ ਤੁਸੀਂ ਗੁਰੂ ਦੇ ਦਰਸ਼ਨ ਕਰ ਸਕਦੇ ਹੋ। ਮਹਾਰਾਜ ਜਦੋਂ ਉਹ ਟਿੰਡ ਦਾ ਸਰਾਣਾ ਬਣਾ ਕੇ ਮਹਾਰਾਜ ਆਰਾਮ ਕਰ ਰਹੇ ਸਨ, ਲਹੂ ਵਗ ਰਿਹਾ ਸੀ ਚਰਨਾਂ ਦੇ ਵਿੱਚੋਂ, ਜਾਮਾ ਵੀ ਪਟ ਗਿਆ ਸੀ, ਸਾਰਾ ਖੂਨੋ ਖੂਨ ਹੋਇਆ ਪਿਆ ਸੀ, ਕਲਗੇ ਵੀ ਨਹੀਂ ਸੀ।
ਨੌਕਰ ਆ ਗਿਆ ਉਸ ਖੇਤ ਦੇ ਵਿੱਚ, ਪੰਜਾਬੇ ਦਾ, ਗੁਲਾਬੇ ਦਾ, ਹੱਥ ਵਿੱਚ ਸ਼ਮਸ਼ੀਰ ਹੈ। ਮਹਾਰਾਜ ਨੂੰ ਵੇਖਿਆ, ਸਮਝ ਗਿਆ ਕੋਈ ਰੱਬੀ ਰੂਹ ਹੈ, ਪਤਾ ਨਹੀਂ ਸੀ ਉਸਨੂੰ। ਉਹ ਜਾ ਕੇ ਆਪਣੇ ਚੌਧਰੀ ਨੂੰ ਦੱਸਿਆ। ਭੱਜਦੇ ਆਏ ਚੌਧਰੀ, ਮਹਾਰਾਜ ਨੂੰ ਇਸ ਹਾਲਤ ਵਿੱਚ ਵੇਖਿਆ, ਘਰ ਆਉਣ ਦੀ ਬੇਨਤੀ ਕੀਤੀ। ਮਹਾਰਾਜ ਘਰ ਚਲੇ ਗਏ, ਜਿੱਥੇ ਨਾਲ ਸਨ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ। ਜਿੱਥੇ ਚੁਬਾਰਾ ਸਾਹਿਬ ਗੁਰਦੁਆਰਾ ਹੈ ਨਾ, ਉੱਥੇ ਇਹਦਾ ਘਰ ਸੀ, ਇਹਨਾਂ ਚੌਧਰੀਆਂ ਦਾ, ਜਿਹੜਾ ਮਾਛੀਵਾੜੇ ਦੇ ਗੁਰਦੁਆਰੇ ਦੇ ਬਿਲਕੁਲ ਨਾਲ ਹੈ। ਮਹਾਰਾਜ ਕਹਿੰਦੇ ਨੇ ਸ਼ਾਮ ਨੂੰ ਮੇਰਾ ਚਿੱਤ ਕਰ ਰਿਹਾ, ਮੈਂ 6-7 ਦਿਨ ਹੋ ਗਏ ਨੇ, ਮੈਂ ਇਸ਼ਨਾਨ ਕਰਨਾ ਹੈ। ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮਾਨ ਸਿੰਘ ਜੀ ਸਾਰੇ ਨਾਲ ਮਹਾਰਾਜ ਨੂੰ ਇਸ਼ਨਾਨ ਕਰਾਉਣ ਲੱਗੇ। ਮਹਾਰਾਜ ਨੇ ਪਹਿਲਾਂ ਉੱਤੋਂ ਕਮਰ ਕੱਸਾ ਖੋਲਿਆ, ਜਿਹੜਾ ਪਾਟਿਆ ਹੋਇਆ ਸੀ ਜਾਮਾ, ਉਹਨੂੰ ਉਤਾਰਿਆ। ਇੱਕ ਕਮਰ ਕੱਸਾ ਮਹਾਰਾਜ ਨੇ ਪੇਟ ਦੇ ਨਾਲ ਨਾ ਕੱਸ ਕੇ ਬਣਿਆ ਹੋਇਆ ਸੀ। ਭਾਈ ਦਇਆ ਸਿੰਘ ਜੀ ਪੁੱਛਦੇ, ਮਹਾਰਾਜ ਇਹ ਕਿਉਂ ਕਮਰ ਕੱਸਾ ਤੁਸੀਂ ਪੇਟ ਵਿੱਚ ਟਾਈਟ ਹੋ ਗਏ? ਸਿਆਣੇ ਕਹਿੰਦੇ ਸਨ, ਭੁੱਖ ਜ਼ਿਆਦਾ ਲੱਗੇ ਨਾ ਤੇ ਖਾਣ ਨੂੰ ਕੁਛ ਨਾ ਹੋਵੇ ਨਾ, ਤੇ ਉਸ ਵੇਲੇ ਪੇਟ ਦੇ ਉੱਤੇ ਨਾ ਕੱਪੜਾ ਬੰਨ੍ਹਿਆ ਕਰੋ ਟਾਈਟ ਕਰਕੇ, ਭੁੱਖ ਮਰ ਜਾਂਦੀ ਹੈ, ਆਂਦਰਾਂ ਨਾ ਲੂਸਦੀਆਂ ਨਹੀਂ ਨੇ। ਮਹਾਰਾਜ ਕਹਿਣ ਲੱਗੇ, ਇਹ ਭੁੱਖ ਕਰਕੇ ਮੈਂ ਕਮਰ ਕੱਸੇ ਨੂੰ ਟਾਈਟ ਕੀਤਾ ਹੈ। ਤੇ ਮਹਾਰਾਜ 6-7 ਦਿਨ ਹੋ ਗਏ, ਕਹਿੰਦੇ ਨੇ ਮੇਰੇ ਸਿੱਖ ਭੁੱਖੇ ਹੋਣ ਤੇ ਮੈਂ ਖਾਂਦਾ ਹੋਵਾਂ, ਇਹ ਲਾਡ ਜੇ। ਆਪਣੇ ਪੁੱਤਾਂ ਤੋਂ ਵੀ ਵੱਧ ਪਿਆਰ ਕੀਤਾ ਹੈ, ਜਿਹਦੀ ਮਿਸਾਲ ਹੈ। ਜਦੋਂ ਕਫਨ ਦੀ ਗੱਲ ਆਈ ਸੀ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਦਇਆ ਸਿੰਘ ਜੀ ਜਦ ਖੋਲਣ ਲੱਗੇ ਨਾ ਕਮਰ ਕੱਸਾ, ਤੇ ਉਹ ਖੂਨ ਦੇ ਨਾਲ ਇੰਨਾ ਲੱਤ-ਪੱਤ ਸੀ ਕਿ ਪੂਰੇ ਸਰੀਰ ਦੇ ਨਾਲ ਚਮੜ ਗਿਆ ਸੀ। ਬੜੀ ਮੁਸ਼ਕਲ ਨਾਲ ਜਦ ਖੋਲਿਆ ਤੇ ਨਾਲ ਮਾਸ ਵੀ ਉਤਰ ਆਇਆ ਤੇ ਖੂਨ ਦਾ ਫੁਹਾਰੇ ਨਿਕਲ ਆਏ, ਜੋ ਇਤਿਹਾਸਕਾਰ ਲਿਖਦੇ ਨੇ। ਮਾਛੀਵਾੜੇ ਦੇ ਨਾਲੀਆਂ ਦੇ ਵਿੱਚ ਉਹ ਖੂਨ ਬਹਿ ਪਿਆ। ਮਹਾਰਾਜ ਕਹਿੰਦੇ ਨੇ, ਭਾਈ ਦਇਆ ਸਿੰਘ ਜੀ ਇਹ ਖੂਨ ਨੂੰ ਜਾਣ ਦਿਓ, ਇਹ ਜਿਉਂ-ਜਿਉਂ ਲਹੂ ਮਾਛੀਵਾੜੇ ਦੇ ਪਿੰਡਾਂ ਵਿੱਚ ਜਾਏਗਾ, ਤਿਉਂ-ਤਿਉਂ ਇੱਥੇ ਸੰਯਮ ਹੋਏਗਾ, ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਹੋਏਗਾ। ਇਹ ਧਰਤੀ ਵਿੱਚ ਮੇਰਾ ਲਹੂ ਜਾਣਾ ਚਾਹੀਦਾ ਹੈ। ਪਤਾ ਨਹੀਂ ਕੀ ਰਮਜ਼ ਸੀ। ਤੇ ਮੈਂ ਮਹਾਂਪੁਰਖਾਂ ਕੋਲ ਸੁਣ ਰਿਹਾ ਸੀ, ਉਹ ਕਹਿੰਦੇ ਧਰਤੀ ਨੂੰ ਮਹਾਰਾਜ ਐਸਾ ਵਰ ਦੇ ਗਏ ਕਿ ਕੋਈ ਵੀ ਕਿਤਨਾ ਦੁਖੀ ਹੋਵੇ, ਉਸ ਧਰਤੀ ਤੇ ਉਹ ਸਕੂਨ ਹੈ। ਜਾ ਕੇ ਮਨ ਬਿਰਤੀ, ਕਦੀ ਵੀ ਮਾਛੀਵਾੜਾ ਜਾਓ ਨਾ, ਤੇ ਉੱਥੇ ਕਾਗਰ ਨਾਲ ਬੈਠੋ, ਤੁਹਾਡੇ ਜਿਤਨੇ ਵੀ ਦੁੱਖ ਨੇ, ਜਿਤਨੀਆਂ ਵੀ ਪਰੇਸ਼ਾਨੀਆਂ ਨੇ, ਸਭ ਦੂਰ ਹੋ ਜਾਣਗੀਆਂ। ਔਰ ਇਹ ਵੀ ਉੱਥੇ ਕਹਿੰਦੇ ਨੇ ਕਿ 15 ਸਾਲਾਂ ਤੋਂ ਪੁਲਿਸ ਸਟੇਸ਼ਨ ਦੇ ਰਿਕਾਰਡ ਦੇ ਵਿੱਚ ਕਿਸੇ ਸਿੱਖ ਦੀ FIR ਦਰਜ ਨਹੀਂ। ਇਤਨਾ ਉਸ ਧਰਤੀ ਤੇ ਟਿਕਾਵ ਹੈ। ਹਾਲਾਂਕਿ ਰਿਕਾਰਡ ਹੀ 15-20 ਸਾਲ ਦਾ ਹੁੰਦਾ ਉਹਨਾਂ ਕੋਲ। ਭਾਵ ਕਿ ਉਸ ਧਰਤੀ ਨੂੰ ਮਹਾਰਾਜ ਨੇ ਆਪਣੇ ਲਹੂ ਦੇ ਨਾਲ ਸਿੰਚਿਆ। ਉਹ ਧਰਤੀ ਦੇ ਵਿੱਚ ਮਹਾਰਾਜ ਦਾ ਲਹੂ ਡੁੱਲਿਆ। ਮਹਾਰਾਜ ਕਹਿੰਦੇ ਨੇ ਜਦ ਇਸ਼ਨਾਨ ਕਰਾਇਆ, ਮਹਾਰਾਜ ਕਹਿੰਦੇ ਨੇ ਭਾਈ ਗੁਲਾਬਾ ਜੀ ਸਾਡੇ 3 ਸਿੱਖਾਂ ਨੂੰ ਬੁਲਾ ਕੇ ਲਿਆਓ, ਇਹ ਤੁਹਾਡੇ ਪਿੰਡ ਵਿੱਚ ਹੀ ਰਹਿੰਦੇ ਨੇ। ਜਿਸ ਤਰ੍ਹਾਂ ਬੱਚਾ ਪੜ੍ਹ ਰਿਹਾ ਸੀ ਨਾ, ਧੰਨ ਧੰਨ
ਭਾਈ ਕਨੀ ਖਾਨ ਜੀ, ਧੰਨ ਧੰਨ ਭਾਈ ਨਬੀ ਖਾਨ ਜੀ, ਜਿਨ੍ਹਾਂ ਨੇ ਮਹਾਰਾਜ ਨੂੰ ਪਲੰਗ ਤੇ ਲੈ ਕੇ ਇੱਥੋਂ ਹੀ ਗਏ ਸਨ ਨਾ, ਉੱਚ ਦਾ ਹਿੰਦ ਦਾ ਪੀਰ ਬਣਾ ਕੇ ਆਲਮਗੀਰ ਵਾਲ ਗਏ, ਜਿੱਥੇ ਨੂਰਾ ਮਾਈ ਮਿਲਿਆ ਸੀ, ਉੱਚ ਦਾ ਪੀਰ ਹੋਏ। ਇੱਕ ਉਹਨਾਂ ਦੋਨੋਂ ਭਰਾਵਾਂ ਨੂੰ ਬੁਲਾਓ। ਇੱਕ ਕੋਲ ਤੁਹਾਡੇ ਨਿਹਾਲੇ ਖੱਤਰੀ ਦੀ ਮਾਂ ਹੈ ਬਿਰਧ, ਉਸ ਮਾਤਾ ਨੂੰ ਯਾਦ ਕਰ ਰਹੇ ਹਾਂ ਅਸੀਂ। ਕਹਿਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਯਾਦ ਕੀਤਾ ਹੈ ਤੇ ਆ ਕੇ ਮਿਲ ਜਾ, ਤੇ ਜਿਹੜੀ ਸਾਡੀ ਅਮਾਨਤ ਹੈ ਉਹ ਸਾਨੂੰ ਦੇ ਜਾ। ਬਚਨ ਮੰਨਿਆ, ਖੱਤਰੀ ਦੇ ਘਰ ਗਏ। ਨਿਹਾਲੇ ਖੱਤਰੀ ਨੂੰ ਕਿਹਾ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਏ ਨੇ, ਮਾਤਾ ਕਿੱਥੇ ਤੁਹਾਡੀ? ਬੜੀ ਬਿਰਧ ਹੋ ਚੁੱਕੀ ਸੀ, ਅਖੀਰਲਾ ਸਮਾਂ ਸੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸਨੇ ਮਾਤਾ ਨੂੰ ਅੰਦਰ, ਗੁਲਾਬਾ ਚਲਾ ਗਿਆ ਤੇ ਮਾਤਾ ਨੂੰ ਕਹਿਣ ਲੱਗੇ, ਗੁਲਾਬਾ ਜੀ, ਮਾਤਾ ਜੀ, ਜਿਨ੍ਹਾਂ ਨੂੰ ਤੁਸੀਂ ਰੋਜ਼ ਯਾਦ ਕਰਦੇ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਿਲਣ ਆਏ ਨੇ, ਆਓ ਤੁਹਾਨੂੰ ਲੈ ਚੱਲੀਏ। ਮਾਤਾ ਦਗ ਦਗ ਹੋ ਗਈ। ਜਿਹਦੇ ਮਿਲਣ ਦੀ ਆਸ ਹੋਵੇ ਤੇ ਇੱਕ ਦਿਨ ਮਨ ਚਾਓ ਪਿਆ ਪ੍ਰਭ ਆਗਮਨ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਜਿਹਨੂੰ ਤੁਸੀਂ ਰੋਜ਼, ਪੁੱਤਰ ਤੁਹਾਡਾ ਬਾਹਰ ਗਿਆ ਹੋਵੇ 10-20 ਸਾਲ 15 ਸਾਲ ਜਾਂ ਲਾ ਕੇ ਆਵੇ, ਆਉਣ ਦੀ ਉਡੀਕ ਹੁੰਦੀ ਹੈ ਤੇ ਕਿਤਨੀ ਖੁਸ਼ੀ ਹੁੰਦੀ ਹੈ ਨਾ। ਤੇ ਕਿੱਥੇ ਇਸ ਸੇਜਾ ਤੇ ਪਰਮਾਤਮਾ ਦੇ ਆਉਣ ਦਾ ਸਾਨੂੰ ਕਦੀ ਚਾਹ ਚੜਿਆ ਹੋਵੇ ਤੇ ਇੰਨਾ ਪਤਾ ਲੱਗ ਜਾਏ, ਜਿਸ ਤਰ੍ਹਾਂ ਭਾਈ ਦੇਵਾ ਨੂੰ ਪਤਾ ਲੱਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਆ ਗਏ, ਪਤਾ ਲੱਗਿਆ, ਇਤਿਹਾਸ ਹੀ ਹੈ ਨਾ। ਤੇ ਉਸ ਵੇਲੇ ਮਾਤਾ ਤੇ ਇਤਨੀ ਖੁਸ਼ ਹੋ ਗਈ, ਸੰਦੂਕ ਵਿੱਚੋਂ 3 ਜਾਮੇ ਸੂਤ ਦੇ ਚਿੱਟੇ ਕਲਰ ਦੇ ਤੇ ਇੱਕ ਚੱਦਰ ਦੇਖ ਪਛਾਗੇ ਕਰ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਉਹਨੇ ਸੰਦੂਕ ਵਿੱਚੋਂ, ਬਹੁਤ ਨਜ਼ਰ ਵੀ ਕਮਜ਼ੋਰ ਸੀ, 3 ਜਾਮੇ ਮਹਾਰਾਜ ਦੇ ਸਿਲਾ ਕੇ ਰੱਖੇ ਹੋਏ ਸਨ। ਚਲੋ ਤੇ ਬਾਰੇ ਕੋਈ ਗੱਲ ਨਹੀਂ। 3 ਜਾਮੇ ਸਫੇਦ ਕਲਰ ਦੇ ਕੱਢੇ, ਨਾਲ ਚਾਦਰ ਕੱਢੀ ਤੇ ਬੜੀ ਸ਼ਰਧਾ ਦੇ ਨਾਲ ਉਹ ਚੌਧਰੀ ਦੇ ਘਰ ਗਏ, ਨਮਸਕਾਰ ਕੀਤੀ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ, ਮਤ ਮੇ ਨਾ ਮਤ। ਮਹਾਰਾਜ ਨੂੰ ਨਮਸਕਾਰ ਕੀਤੀ ਤੇ ਮਹਾਰਾਜ ਪਿਆਰ ਲਿਆ ਉਸ ਕੋਲ, ਮਾਤਾ ਕੋਲ। ਉਡੀਕਦੀ ਸੀ ਮਾਤਾ, ਸੀ ਆ ਗਏ ਹਾਂ, ਸਾਡੀ ਅਮਾਨਤ ਕਿੱਥੇ? ਉਹਨੇ 3 ਚੋਲੇ ਮਹਾਰਾਜ ਦੇ, ਇੱਕ ਚੱਦਰ, ਹੱਥ ਨਾਲ ਜਿਹੜਾ ਚੋਲੇ ਸੂਦ ਦੇ ਬਨ ਆਪ ਸੀਤੇ ਹੋਏ ਸਨ, ਮਹਾਰਾਜ ਨੂੰ ਭੇਟਾ ਕੀਤੇ। ਤੇ ਮਹਾਰਾਜ ਕਹਿੰਦੇ ਨੇ, ਮਾਤਾ ਤੇਰੀ ਉਮਰ ਬਸ, ਤੂੰ ਕੱਲ ਟੁਰ ਜਾਣਾ ਹੈ। ਤੇ ਮਹਾਰਾਜ ਨੇ ਉੱਥੇ ਇੱਕ ਦਿਨ ਹੀ ਰਹਿਣਾ ਸੀ, ਕਹਿੰਦੇ ਕੱਲ ਤੂੰ ਟੁਰ ਜਾਣਾ ਹੈ। ਉਸ ਮਾਤਾ ਨੇ ਕਿਹਾ, ਫਿਰ ਮੇਰਾ ਜਨਮ ਮਰਨ ਵੀ ਕੱਟੋ। ਇਤਿਹਾਸ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਅਗਲੇ ਦਿਨ ਉਹਦੇ ਸਵਾਸ ਨਿਕਲ ਗਏ। ਮਹਾਰਾਜ ਨੇ ਹੱਥੀ ਸੰਸਕਾਰ ਕੀਤਾ। ਹੁਣ ਜਦ ਜਾਮਾ ਮਹਾਰਾਜ ਦੇ ਹਾਸੀ, ਰਾਤ 12 ਵੱਜ ਗਏ ਸਨ। ਗੁਲਾਬੇ ਨੂੰ ਕਹਿੰਦੇ ਨੇ, ਮਹਾਰਾਜ ਕੋਈ ਐਸਾ ਪਿੰਡ ਦੇ ਵਿੱਚ ਕੋਈ ਲਲਾਰੀ ਹੋਵੇ ਜਿਹੜਾ ਇਸ ਚੋਲੇ ਨੂੰ ਨੀਲਾ ਰੰਗ ਕਰ ਦੇ। ਮਹਾਰਾਜ ਗੁਲਾਬਾ ਰਾਤੀ 12 ਵਜੇ ਨਿਕਲੇ, ਦੋਨੋਂ ਭਰਾ ਪਿੰਡ ਚ ਵੇਖਦੇ ਨੇ, ਕੋਈ ਲਲਾਰੀ ਨਹੀਂ। ਦੂਰ ਕਿੱਥੇ ਜਾ ਕੇ ਲਲਾਰੀ ਮਿਲਿਆ, ਉਹਦਾ ਦਰਵਾਜ਼ਾ ਖੜਕਾਇਆ, ਉਹ ਘਬਰਾ ਗਿਆ, ਪਤਾ ਨਹੀਂ ਰਾਤੀ ਕੀ ਕੰਮ ਹੈ। ਉਹਨੂੰ ਜਦ
ਮਹਾਰਾਜ ਦੇ ਵਸਤਰ ਰੱਖੇ ਤੇ ਕਹਿੰਦੇ ਇਹਨੂੰ ਨੀਲਾ ਕਰ ਦੇ, ਅਰਜੈਂਟ ਚਾਹੀਦਾ, ਕੱਲ ਹੀ ਚਾਹੀਦਾ। ਉਹ ਕਹਿੰਦਾ ਪਹਿਲੀ ਗੱਲ ਤੇ ਮੇਰੇ ਕੋਲ ਨੀਲਾ ਰੰਗ ਹੀ ਨਹੀਂ ਹੈ, ਤੇ ਜੇ ਮੈਂ ਕੱਲ ਬਾਜ਼ਾਰ ਖੁੱਲਣਗੇ ਲਿਆਵਾਂਗਾ ਰੰਗ ਨੂੰ, ਫਿਰ ਮੈਂ ਮੱਟ ਵਿੱਚ ਪਾਣੀ ਪਾ ਕੇ ਇਹਨੂੰ ਪਕਾਵਾਂਗਾ, ਫਿਰ ਅਗਲੇ ਦਿਨ ਇਹਨੂੰ ਮੈਂ ਰੰਗਾਂਗਾ, ਫਿਰ ਸੁਕਾਵਾਂਗਾ ਚੋਲੇ ਨੂੰ, ਤੇ ਪਰਸੋਂ ਤੇ ਵੈਸੇ ਹੋ ਜਾਣੀ ਹੈ। ਉਹ ਚੋਲਾ ਲੈ ਕੇ ਵਾਪਸ ਆ ਗਿਆ ਮਹਾਰਾਜ ਕੋਲ। ਮਹਾਰਾਜ ਉਹ ਕਹਿ ਰਿਹਾ ਕਿ ਇਹਦੇ ਤੇ 2 ਦਿਨ ਲੱਗ ਜਾਣੇ ਨੇ, ਤੁਸੀਂ ਕੱਲ ਦੀ ਗੱਲ ਕਰ ਰਹੇ ਹੋ। ਗੁਲਾਬੀਆ ਇੱਕ ਵਾਰੀ ਫੇਰ ਜਾ ਉਹਦੇ ਘਰ, ਉਹਨੂੰ ਕਹਿ ਰੰਗ ਦੀ ਲੋੜ ਨਹੀਂ, ਤੂੰ ਮੱਟ ਵਿੱਚ ਗਰਮ ਪਾਣੀ ਕਰਕੇ ਚੋਲੇ ਪਾ ਦੇ ਤੇ ਫਿਰ ਸਵੇਰੇ ਸੁਕਣੇ ਪਾ ਦੇ, ਆਪੇ ਨੀਲਾ ਰੰਗ ਹੋ ਜਾਏਗਾ। ਉਹ ਫੇਰ ਗਏ, ਚੋਲੇ ਸਾਹਮਣੇ ਲੈ ਕੇ, ਤੇ ਹੁਣ ਮਹਾਰਾਜ ਨੂੰ ਕਹਿ ਰਹੇ ਨੇ ਕਿ ਮਹਾਰਾਜ ਨੇ ਕਿਹਾ ਹੈ ਕਿ ਤੁਸੀਂ ਰੰਗੋ, ਭਾਵੇਂ ਰੰਗ ਨਹੀਂ ਹੈ। ਉਹ ਕਹਿੰਦੇ ਐਵੇਂ ਕਿਵੇਂ ਹੋ ਸਕਦਾ ਹੈ, ਬਿਨਾਂ ਰੰਗ ਤੋਂ ਚੋਲਾ ਨੀਲਾ ਕਿਵੇਂ ਹੋ ਸਕਦਾ ਹੈ? ਹੋ ਸਕਦਾ ਹੈ। ਘਰ ਵਾਲੀ ਕਹਿੰਦੀ ਚਲੋ ਰੰਗ ਦਿੰਦੇ ਆ, ਸਾਨੂੰ ਤੇ ਪੈਸੇ ਦੇਣਾ ਮਤਲਬ ਹੈ, ਜੋ ਕਹਿ ਰਹੇ ਨੇ ਅਸੀਂ ਗਰਮ ਪਾਣੀ ਉਬਾਲ ਕੇ ਤੇ ਰੱਖ ਦਿੰਦੇ ਆ, ਪਕਾ ਦਿੰਦੇ ਆ, ਪੱਕੇਗਾ ਤੇ ਅਸੀਂ ਸੁੱਕਣੇ ਪਾ ਦਾਂਗੇ, ਹੋਵੇ ਨਾ ਹੋਵੇ ਸਾਨੂੰ ਤੇ ਪੈਸੇ ਨਾ ਮਤਲਬ ਹੈ, ਕਿਉਂਕਿ ਅਸੀਂ ਲੋਕ ਪੈਸੇ ਦੇ ਹੀ ਤੇ ਖੇਡੇ ਨਾ, ਸਾਡੇ ਵਪਾਰੀ ਆ ਨਾ। ਇੱਕ ਪੰਕਤੀ ਆਉਂਦੀ ਹੈ ਨਾ, ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਪਾਰੀ। ਵਿਹਾਰੀ ਕੌਣ ਹੈ? ਵਪਾਰੀ ਨੇ। ਵਪਾਰੀ ਦਾ ਕੀ ਭਾਵ ਹੈ? ਮਤਲਬੀ। ਅਸੀਂ ਵਪਾਰ ਕਦੇ ਉਸੇ ਕਰਨੇ, ਸਾਰੇ ਤੁਸੀਂ ਬੈਠੇ ਹੋ ਬਈ, ਘਾਟੇ ਦਾ ਸੌਦਾ ਨਹੀਂ ਕਰਨਾ ਨਾ, ਉਹਨੂੰ ਵਪਾਰ ਕਹਿੰਦੇ ਨੇ, ਇਹਨੂੰ ਕਹਿੰਦੇ ਮਤਲਬੀ। ਮਾਰੇ ਹੋਰ ਸਗਲੇ ਵਿਵਹਾਰੀ, ਸਾਰੇ ਹੋਰ ਅਸੀਂ ਸਭ ਮਤਲਬੀ ਹਾਂ। ਕਾਮ ਪਰੇ ਹਰ ਸਿਮਰਿਏ, ਜਦੋਂ ਕੰਮ ਪੈਂਦਾ ਤਦ ਹੀ ਸਿਮਰਨੇ ਆ ਨਾ, ਇਹ ਵਪਾਰ ਹੈ ਨਾ ਸਾਡਾ ਰੱਬ ਦੇ ਨਾਲ। ਬਹੁਤੀ ਸੰਗਤ, ਬਹੁਤੀ ਦੁਨੀਆ ਧਾਰਮਿਕ ਸਥਲਾਂ ਤੇ ਆਪਣੇ ਦੁੱਖਾਂ ਕਰਕੇ ਜਾਂਦੀ ਜੇ। ਦੱਸੋ ਕਿ ਕੋਈ ਗੁਰੂ ਨੂੰ ਮਿਲਣ ਵਾਸਤੇ ਵੀ ਜਾਂਦਾ ਹੈ, ਕਿਸੇ ਦਾ ਕਿਹੜਾ ਦੁੱਖ ਹੈ, ਕਿਸੇ ਦਾ ਕਿਹੜਾ ਦੁੱਖ ਹੈ, ਕੋਈ ਗਰੀਬੀ ਦੇ ਕਰਕੇ ਮਰਿਆ ਪਿਆ, ਕਿਸੇ ਦੀ ਧੀ ਨਹੀਂ ਕਹਿਣੇ ਵਿੱਚ, ਕਿਸੇ ਦਾ ਸਾਕ ਨਹੀਂ ਹੋ ਰਿਹਾ, ਕਿਸੇ ਘਰ ਪੁੱਤਰ ਨਹੀਂ ਹੈ, ਸਾਰੇ ਵਪਾਰੀ ਨੇ। ਉਹ ਕਹਿੰਦੀ ਅਸੀਂ ਰੰਗਨ ਦੇ ਮਾਇਆ ਲੈਣੀ ਹੈ, ਭਾਵੇਂ ਰੰਗੇ ਨੰਗੇ, ਸਾਡਾ ਕੀ ਕੰਮ ਹੈ। ਤੇ ਮਹਾਰਾਜ ਨੇ ਜੋ ਬਚਨ ਕੀਤਾ ਸੀ, ਸਾਧੂ ਬੋਲੇ ਜੈ ਸੁਭਾਏ, ਸਾਧ ਕਾ ਬੋਲਾ। ਉਹਨੇ ਕੀ ਕੀਤਾ, ਮੱਟ ਦੇ ਵਿੱਚ ਗਰਮ ਪਾਣੀ ਕੀਤਾ, ਰਾਤ ਦਾ ਸਮਾਂ ਸੀ, ਚੋਲੇ ਤੇ ਚੱਦਰ ਪਾ ਦਿੱਤੀ। ਉਹੀ ਚੱਦਰ ਜਿਹੜੀ ਗਨੀ ਖਾਂ ਤੇ ਜਿਹੜੇ ਨਬੀ ਖਾਂ ਉਸ ਪਲੰਗ ਤੇ ਵਿਛਾਈ ਸੀ। ਤੇ ਰਾਤ ਨੂੰ ਉਬਾਲਣਾ ਸ਼ੁਰੂ ਕਰਤਾ, ਪਾਣੀ ਵਿੱਚ ਪਾ ਦਿੱਤੇ ਕੱਪੜੇ ਜਿਹੜੇ ਜਾਮਾ ਸੀ, ਉੱਤੇ ਦਿੱਤਾ ਢੱਕਣ। ਹੁਣ 4 ਸਵੇਰੇ 5 ਵਜੇ ਦੋਨਾਂ ਜੀਆਂ ਨੇ ਚੋਲਾ ਕੱਢਿਆ ਹੈ, ਚਿੱਟਾ ਹੀ ਸੀ, ਸੁਕਣੇ ਪਾ ਦਿੱਤਾ। ਹੁਣ ਥੋੜੀ ਦੇਰ ਬਾਅਦ ਵੇਖਦੇ ਨੇ ਕਲਰ ਹੋ ਰਿਹਾ ਕਿ ਨੀਲਾ ਕਿ ਨਹੀਂ। ਗੁਰੂ ਦੀ ਕਰਨੀ ਦੇ ਉੱਤੇ ਕਦੀ ਸ਼ੱਕ ਨਾ ਕਰਿਆ ਕਰੋ। ਗੁਰ ਕਿਹਾ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਤਾਓ। ਗੁਰੂ ਜੋ ਕਹਿੰਦਾ, ਤੁਹਾਨੂੰ ਪਤਾ ਹੈ ਭਾਈ ਲਹਿਣਾ ਜੀ ਅੰਗਦ ਕਿਉਂ ਬਣੇ? ਕਿਉਂਕਿ ਜੋ ਗੁਰੂ ਨੇ ਕਿਹਾ, ਭਾਵੇਂ ਕੀ ਕਿਹਾ, ਰਾਤ ਨੂੰ ਜਾ ਕੇ ਕੱਪੜੇ ਸੁਕਾਇਆ, ਧੋਇਆ, ਚੱਲ ਪਏ। ਪੇੜ ਤੇ ਚੜਦਾ ਮਿਠਾਈਆਂ, ਪੇੜਾਂ ਤੇ ਮਿਠਾਈਆਂ, ਪਰ ਨਹੀਂ, ਗੁਰੂ ਨੇ ਕਿਹਾ। ਬਸ ਸਾਡੀ ਹਾਲਤ ਇਹੀ ਹੈ ਕੁਝ, ਜੋ ਗੁਰੂ ਕਹਿੰਦਾ ਅਸੀਂ ਉਹ ਮੰਨਦੇ ਨਹੀਂ ਆ। ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਸਾਡਾ ਸਵਾਲ ਵੀ ਹੈ, ਜਵਾਬ ਵੀ ਹੈ, ਅਸੀਂ ਆਪ ਹੀ ਸਵਾਲ ਤੇ ਆਪ ਹੀ ਜਵਾਬ ਦੇ, ਸਲਾਮ ਜਵਾਬ ਦੋਵੇਂ, ਮੁੰਡੋ ਕੁੱਠਾ ਜਾਏ। ਇਹ ਕੰਮ ਕਰੀਏ ਨਾ, ਆਪੇ ਅਸੀਂ ਸਵਾਲ ਕਰਕੇ ਆਪੇ ਜਵਾਬ ਲੈਣੇ ਨੇ, ਗੁਰੂ ਦੀ ਤੇ ਗੱਲ ਸੁਣਦੇ ਹੀ ਨਹੀਂ। ਸਵੇਰ ਹੁੰਦੀ ਰਹੀ, ਜੋ ਪੋਹ ਫੁੱਟੀ ਤੇ ਵੇਖਦੇ ਕੀ ਨੇ, ਉਹ ਨੀਲਾ ਰੰਗ ਚੜਦਾ ਪਿਆ।
जद सूरज की टिक्की बाहर आई, जामे ते पई, ऐसा नीला रंग होया पिया सी उस वेले। वो कहंदा मैं अज तक अपने जो कलर लियाने ना वो जिहा रंग नहीं कदी होया। हुण भाई गुलाबा सवेरे आ गया महाराज वास्ते लैन वास्ते। दोनों जी कहंदे ने असीं भी तुहाडे नाल चलांगे गुरु दे दर्शन करन वास्ते। चल पे जद जामा लैके महाराज दे कोल आए ते गुलाबा कहंदा रुक जाओ, पहला मैं महाराज कोलों पुछ लवां कि ये तुहाडे दर्शन करना चाहते हैं। महाराज अगे जामा रखिया, महाराज ने कलर वेख्या ते नीला। ते कहंदा गुलाबा महाराज ये ललारी तुहाडे दर्शन करना चाहते हैं। महाराज कहंदे भेज दो अंदर। आ गए, कहंदे ललारी जी असीं बड़े खुश होए हां, तुसीं जिहड़ा ये कलर नीला कीता है ना बड़ा खुश होए हां। महाराज ने खीसे चो ना 2 मोहरां रज कढ के ना भेटा दित्तियां। नहीं कहंदा मैं नहीं लैणियां। कहंदा बहुत दुख है, गरीबी है घर विच, गरीबी दे हुंदियां मैं तां भी नहीं लैणियां, क्योंकि विश्वास बढ़ गया। सानू ये विश्वास आ जावे गुरु ते। कहंदा ले लो महाराज, कहंदे ले लै, वो रंग चढ़े ना चढ़े असीं ते काम करना ना, पैसे लै। वो घर वाली हैरान हो गई, ये गल ते साडी आपस विच होई सी। जदों बंदा ना अंदर खोट हुंदी है ना ते गुरु दे कोल सन्मुख हुंदा है ना ते उदों परखिया जांदा है। उगड़ गया जैसे खोटा ढबुआ, नदर सराफे आया, अंतरजामी सब किछ जाने उसते कहां छुपाया। ओदी ना शरदा वध गई। ये गल ते असीं मियां बीबी च होई सी ते महाराज नूं कित्थों पता लग गई। ते महाराज चरनी ढै पिया, महाराज ये चीज नहीं चाहिदी। महाराज कहंदे की चाहिदा है? कहंदे जे त्रुठे हो ना घर को चंगी दी दात दे दो। ये नहीं है साडे घर। औरत वास्ते बड़ा दुख दा ये विषय है। औरत घर दी गरीबी भी सहार जाती है, घर दे कलेश भी सहार जाती है, पर ये औंतरी कोई कह दवे ना वो वर्ड नहीं सहार सकती। इतिहास पिछे भी देख लो तुसी, माता गंगा जी कर्मों ही सी ना जठानी, ताना देता ना, कहंदे मेरी जिहड़ी घर वाली है ना ये घरों बाहर घट निकलती है। जदों निकलदी है ना जिहड़े जिन्हां दे बच्चे ने ना बच्चे लैके घर नूं दरवाजा बंद करके चले जाते हैं कि भाई औतरी आ रही है, इहदी भैड़ी नज़र साडे ते ना पै जाए। कहंदे ने ये दुख सहन नहीं हो रहा साडे। हर औरत दी इच्छा हुंदी मैं मां बना। महाराज कहंदे ने जा तेरे समा पा के तेरे घर औलाद होएगी। महाराज ने वचन कर दिता, 2 मोहरां भी दे दित्तियां, जा तेरा अग्गा इत्थे भी सवरेगा ते अग्गा भी सवरेगा। बड़ा खुश होया, घर चला गया। महाराज ने एक वचन होर गया सी, ये तू रंग करके देरी कीती है ना, अज तो बाद ना तैनू कोई भी ललारी तेरे को कोई भी कपड़ा लैके आएगा ना, तैनू रंग की लोड़ नहीं पैनी। तू ध्यान रखी गुरु दा, परमात्मा दा, ते मट गर्म करके वो पा दी, उही कलर हो जाएगा तेरे कपड़े जिहड़ा चलदा है। बच्चा होया साल समा पा के बड़ा खुश होया। 17 साल का बच्चा हो गया। 17 साल रंग लैन नहीं गया बाजार ते कपड़े रंगदा रहा। छोटी उम्रे विआह हो जाता सी, पहला 17 साल की उम्र बच्चे का विआह कर दिता। बच्चे का विआह होया, जिहड़ी घर नूंह आई वो भी ललारियां दी नूंह सी। कुछ दिन वो भी नाल रहिंदी रही। वो कहंदी है साडे जिहड़े घर दे माता पिता ने, चाचे ताए ने
ਖਾਨਦਾਨੀ ਕੰਮ ਹੈ। ਕੱਪੜਿਆਂ ਤੇ ਜਦੋਂ ਵੀ ਆਉਂਦਾ ਹੈ ਇਹ ਰੰਗ ਲੈਣ ਵਾਸਤੇ ਬਾਜ਼ਾਰਾਂ ਵਿੱਚ ਭਜਦੇ ਰਹਿੰਦੇ ਨੇ। ਇਹਨਾਂ ਨੂੰ ਮੈਂ ਕਦੀ ਬਾਜ਼ਾਰ ਜਾਂਦਿਆਂ ਦੇਖਿਆ ਹੀ ਨਹੀਂ। ਹੱਦ ਹੋ ਗਈ ਹੈ। ਬੰਦੇ ਦਾ ਮਨ ਹੀ ਚਾਹੁੰਦਾ ਹੈ ਨਾ, ਕਿਉਂਕਿ ਕਲਰ ਬੜੇ ਤਰ੍ਹਾਂ ਦੇ ਨੇ, ਹਜ਼ਾਰਾਂ ਤਰ੍ਹਾਂ ਦੇ ਕਲਰ ਨੇ। ਰੋਜ਼ ਜਾਣਾ ਪੈਂਦਾ। ਕੋਈ ਕਹਿੰਦਾ ਮੇਰਾ ਇਸ ਕਲਰ ਦਾ, ਤੁਸੀਂ ਵੀ ਦੁਪੱਟਾ ਲੈ ਕੇ ਜਾਂਦੇ ਨਾ ਇਸੇ ਕਲਰ ਦਾ ਚਾਹੀਦਾ। ਲਲਾਰੀ ਸਿਆਣਾ ਹੁੰਦਾ, ਉਹ ਕਹਿੰਦਾ ਜੀ ਹੋ ਜਾਏਗਾ। ਕਲਰ ਵਾਸਤੇ ਉਹਨੂੰ ਭਜਣਾ ਪੈਂਦਾ। ਸਹੁਰੇ ਕੋਲੋਂ ਪੁੱਛਦੀ ਹੈ ਜੀ ਇਹ ਕੀ ਕਾਰਨ ਹੈ ਬਈ ਤੁਸੀਂ ਮੱਟ 'ਚ ਰੰਗ ਹੀ ਨਹੀਂ ਪਾਉਂਦੇ ਤੇ ਕਪੜਾ ਉਹ ਜਿਹਾ ਰੰਗ ਦਾ ਹੋ ਜਾਂਦਾ ਹੈ। ਮਹਾਰਾਜ ਨੇ ਕਿਹਾ ਸੀ ਦੱਸਣਾ ਨਾ ਕਿਸੇ ਨੂੰ, ਦੱਸ ਦਿੱਤਾ। ਤੇ ਇੱਕ ਗੱਲ ਕਹੀ ਕਿ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਮੇਰਾ ਬੱਚਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੇ ਸਦਕੇ ਆਇਆ ਹੈ। ਤੇ ਇਹ ਰੰਗ ਹੈ ਜਿਹੜਾ, ਇਹ ਰੰਗ ਵੀ ਮਹਾਰਾਜ ਦੇ ਬਚਨ ਨੇ, ਸਾਨੂੰ ਲੋੜ ਨਹੀਂ ਪੈਂਦੀ। ਇੱਕ ਗੱਲ ਬੱਚੀਏ ਯਾਦ ਰੱਖ ਲਈ, ਇਹਨੂੰ ਕਿਸੇ ਦੇ ਅੱਗੇ ਗੱਲ ਨਾ ਕਰੀ। ਮਨੂੰ ਖਿਮਾ ਕਰ ਦੇਣਾ, ਔਰਤ ਦੇ ਪੇਟ 'ਚ ਗੱਲ ਬਚਦੀ ਵੀ ਨਹੀਂ। ਉਹ ਕਹਿੰਦੀ ਭੈਣ ਮੈਂ ਤੈਨੂੰ ਦੱਸ ਰਹੀ ਹਾਂ, ਤੂੰ ਅੱਗੇ ਨਾ ਦੱਸੀ। ਉਹ ਇਸ ਤਰ੍ਹਾਂ ਕਰਦੇ ਕਰਦੇ ਨਾ ਪੂਰੇ ਪਿੰਡ ਤੱਕ ਗੱਲ ਪਹੁੰਚ ਜਾਂਦੀ ਹੈ ਨਾ। ਉਹ ਘਰ ਗਈ ਆਪਣੇ ਪੇਕੇ। ਕੁਝ ਸਮੇਂ ਬਾਅਦ ਉਹ ਵੇਖਦੀ ਹੈ ਘਰ ਰੋਜ਼ ਹੀ ਰੰਗ ਆ ਰਿਹਾ ਹੈ। ਉਹ ਕਹਿੰਦੀ ਤੁਸੀਂ ਤਾਂ ਇੰਨੇ, ਸਾਡੇ ਤੇ ਸਹੁਰੇ ਪਰਿਵਾਰ ਦੇ ਰੰਗ ਦੀ ਲੋੜ ਹੀ ਨਹੀਂ ਪੈਂਦੀ। ਜਦ ਉਹਨਾਂ ਨੇ ਪੁੱਛਿਆ ਤੇ ਦੱਸ ਦਿੱਤਾ। ਉਹ ਕਹਿੰਦੇ ਫਿਰ ਸਾਨੂੰ ਵੀ ਲੈ ਕੇ ਚੱਲ। ਅਸੀਂ ਐਵੇਂ ਹੀ ਖੱਜਰ ਖੁਆਰ ਹੁੰਨੇ ਆ ਕਿ ਰੋਜ਼ ਰੰਗ ਲੈਣ ਵਾਸਤੇ ਜਾਂਦੇ। ਉਹ ਕੁੜਮਾਂ ਦੇ ਘਰ ਆ ਗਏ, ਨਾਲ ਕੁੜੀ ਦੇ ਘਰ ਆਏ ਤੇ ਉਹ ਮੱਟ ਵਿੱਚ ਗਰਮ ਪਾਣੀ ਸੀ, ਕੱਪੜੇ ਪਏ ਸਨ, ਉੱਤੇ ਢੱਕਣ ਸੀ। ਇਹ ਲਲਾਰੀ ਉਹ ਦੂਜੇ ਕੁੜਮ ਨੂੰ, ਲਲਾਰੀ ਨੂੰ ਕਹਿੰਦਾ ਬੜੀਆਂ ਬਖਸ਼ਿਸ਼ਾਂ ਨੇ ਤੁਹਾਡੇ ਤੇ, ਤੁਹਾਨੂੰ ਤੇ ਰੰਗ ਦੀ ਲੋੜ ਨਹੀਂ ਪੈਂਦੀ। ਤੇ ਮੈਨੂੰ ਜਰਾ ਢੱਕਣ ਚੱਕ ਕੇ ਤੇ ਦਿਖਾਓ ਕਿਸ ਤਰ੍ਹਾਂ ਰੰਗ ਹੁੰਦਾ ਹੈ। ਉਹਨੇ ਢੱਕਣ ਚੁੱਕਿਆ ਤੇ ਫਿਰ ਰੰਗ ਉਸ ਤੋਂ ਬਾਅਦ ਹੋਇਆ ਹੀ ਨਹੀਂ। ਗੁਰੂ ਦੇ ਬਚਨ ਨੂੰ ਸੰਭਾਲਣਾ ਹੈ। ਗੁਰੂ ਵਿੱਚ ਉਹ ਬਖਸ਼ਿਸ਼ ਹੈ ਜੇ ਉਹਦੇ ਬਚਨ ਨੂੰ ਅਸੀਂ ਸੰਭਾਲ ਲਈਏ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਧਰਤੀ ਨੂੰ ਐਸਾ ਵਰ ਵੀ ਦਿੱਤਾ। ਉਹੀ ਮੱਟ ਲਲਾਰੀ ਖਾਨਦਾਨ ਤੋਂ ਕਮੇਟੀ ਨੇ ਫਿਰ ਚੁਬਾਰਾ ਸਾਹਿਬ ਗੁਰਦੁਆਰੇ ਰੱਖਿਆ ਹੋਇਆ। ਤੁਸੀਂ ਜਾਓ ਨਾ, ਵੀਰ ਜੀ ਵਗੈਰਾ ਸਭ ਦਰਸ਼ਨ ਕੀਤੇ ਨੇ, ਉਸ ਮੱਟ ਦੇ ਤੁਹਾਨੂੰ ਦਰਸ਼ਨ ਹੋਣਗੇ। ਭਾਵੇਂ ਉਹ ਬਾਅਦ ਵਿੱਚੋਂ ਰੰਗ ਨਹੀਂ ਕੀਤਾ ਉਸਨੇ, ਲੇਕਿਨ ਉਸ ਮੱਟ ਦੇ ਨਾਲ ਹੀ 17 ਸਾਲ ਉਹ ਬਿਨਾਂ ਰੰਗ ਤੋਂ ਰੰਗਦਾ ਰਿਹਾ। ਸਾਚੇ ਸਾਹਿਬਾ ਕਿਆ ਨਹੀਂ ਕਰ ਕਦੀ ਇਸ ਦਰ ਤੇ ਆ ਕੇ ਨਿਰਾਸ਼ ਹੋ ਕੇ ਨਾ ਜਾਇਆ ਕਰੋ। ਜੇ ਕੋਈ ਚੀਜ਼ ਨਹੀਂ ਮਿਲ ਰਹੀ ਨਾ ਤੇ ਤੁਹਾਡੇ ਭਲੇ ਵਾਸਤੇ ਹੋ ਰਹੀ ਹੈ। ਗੁਰੂ ਸਮਰੱਥ ਹੈ। ਜਿਸ ਦਿਨ ਤੁਹਾਨੂੰ ਇਸ ਗੱਲ ਦੀ ਸ਼ੰਕਾ ਹੋ ਗਈ ਤੇ ਤੁਸੀਂ ਗੁਰੂ ਦੇ ਸਿੱਖ ਨਹੀਂ। ਇੱਕ ਮੰਗੀ ਦਾ ਨਾ ਵਿਸਾਹ ਦਾਨ, ਦਾਨਾ ਸਿਰਦਾਨ ਤੋਂ ਪਹਿਲਾਂ ਭਰੋਸੇ ਦਾਨ, ਫਿਰ ਵਿਸਾਹ ਦਾਨ ਮੰਗੀ ਦਾ। ਇਹੀ ਗੱਲ ਹੈ। ਵਿਸਾਹ ਤੋਂ ਭਾਵ ਹੁੰਦਾ ਹੈ ਕਿ ਗੁਰੂ ਦੀ ਸਮਰੱਥਾ ਤੇ ਵਿਸ਼ਵਾਸ ਹੋਵੇ। ਇਹ ਨਹੀਂ ਕਿ ਮੈਂ ਕੰਮ ਕਰ ਲੈਣਾ, ਜੇ ਹੋ ਜਾਏਗਾ ਤੇ ਚਲੋ ਵੇਖ ਲੈਂਦੇ ਆ। ਉਹ ਕਹਿੰਦੇ ਗੁਰੂ ਸਾਹਿਬ ਦੇ ਦੁਆਰੇ ਚਲੋ ਚਲੇ ਜਾਂਦੇ ਆ, ਹੋ ਸਕਦਾ ਨਹੀਂ। ਜੇ ਭਰੋਸਾ ਲੈ ਕੇ ਆਇਆ ਤੇ ਗੁਰੂ ਸਮਰੱਥ ਹੈ, ਉਸ ਕਾਰਜ ਨੂੰ ਜ਼ਰੂਰ ਕਰੇਗਾ। ਤੋ ਐਸੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੀਂ ਜੀਵਨ ਦੇ ਵਿੱਚੋਂ ਕੁਝ ਵਾਕਿਆ ਸਾਂਝ ਕਰਕੇ, ਖਾਲੀ ਸਾਂਝ ਨਹੀਂ ਕਰਨਾ, ਅਸੀਂ ਵੀ ਆਪਣੇ ਪ੍ਰਤੀ, ਗੁਰੂ ਦੇ ਪ੍ਰਤੀ ਆਕੀਦਾ ਬਣਾਉਣਾ ਹੈ ਕਿ ਗੁਰੂ ਅਸੀਂ ਤੇਰੇ ਕੋਲੋਂ ਹੀ ਮੰਗਣਾ ਹੈ। ਮੈਂ ਹੋਰ ਥਾਲ ਨਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝੇ। ਸੋ ਮਹਾਰਾਜ ਕਿਰਪਾ ਕਰਨ, ਅਸੀਂ ਗੁਰੂ ਦੇ ਘਰ ਵਿੱਚ ਆ ਕੇ ਗੁਰੂ ਨੂੰ ਹੀ ਮੰਗ ਲਈਏ ਤੇ ਸਾਰੀਆਂ ਦਾਤਾਂ ਆਪੇ ਆ ਜਾਣਗੀਆਂ। ਸਾਰਿਆਂ ਦਾ ਧੰਨਵਾਦ ਜੋ ਬੜੇ ਟਿਕਾਅ ਵਿੱਚ ਬੈਠ ਕੇ ਆਪ ਜੀ ਨੇ ਗੁਰੂ ਦੇ ਬਚਨ ਸਾਂਝ ਕੀਤੇ ਨੇ। ਭੁੱਲਾਂ ਬੇਅੰਤ ਹੋਈਆਂ ਨੇ, ਉਦਾਸ ਦੀਆਂ ਨੇ, ਬਚਨ ਗੁਰੂ ਦਾ ਜਾਣ ਕੇ ਹਿਰਦੇ ਵਿੱਚ